ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ। ਅਸੀਂ ਸ਼ਹੀਦਾਂ ਦਾ ਖਜ਼ਾਨਾ ਗੰਜ ਸ਼ਹੀਦਾਂ ਕਿਤਾਬ ਦੇ ਵਿੱਚੋਂ ਕੁਝ ਸੋਹਣੀਆਂ ਜਿਹੜੀਆਂ ਲਿਖਤਾਂ ਹਨ, ਬਹੁਤ ਹੀ ਅੱਛੀ ਸ਼ਾਇਰੀ ਆਪ ਤੱਕ ਪਹੁੰਚਾ ਰਹੇ ਹਾਂ। ਉਹਨਾਂ ਦੇ ਜਿਹੜੇ ਮਤਲਬ ਹਨ, ਅਰਥ ਹਨ, ਉਹ ਵੀ ਆਪ ਜੀ ਨੂੰ ਸਮਝਾ ਰਹੇ ਹਨ। ਆਪ ਜੀ ਸਾਡੇ ਨਾਲ ਇੰਝ ਹੀ ਜੁੜੇ ਰਹੋ ਤੇ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਓ, ਤਾਂ ਜੋ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਆਂ ਵਾਲੇ ਦੀ ਲਾਸਾਨੀ ਸ਼ਹੀਦੀ ਬਾਰੇ ਸਾਨੂੰ ਗਿਆਨ ਹੋ ਸਕੇ ਤੇ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਬਾਬਤ ਦੱਸ ਸਕੀਏ। ਆਓ ਦੇਖਦੇ ਹਾਂ ਸ਼ੇਰ ਕੀ ਹੈ, ਸ਼ਾਇਰ ਕੀ ਆਖਦਾ ਹੈ। दीवान का अभी न हुआ इख्तिताम था, गर्दश में अभी बादाए इरफां का जाम था। इतने में आके कहने लगा एक गुलाम था, पहरे पे जो खड़ा हुआ बाला ए बाम था। बोला अदू की फौज है घेरे हिसार को, क्या हुक्म अब हजूर कहा जा निसार को। ਨੂਰਾਨੀ ਚਿਹਰਿਆਂ ਵਾਲੇ ਸਿੰਘ ਸੂਰਮੇ ਗੁਰੂ ਪਾਤਸ਼ਾਹ ਦੇ ਗਿਰਦ ਬੜੇ ਸਤਿਕਾਰ ਅਤੇ ਪਿਆਰ ਸਹਿਤ ਬੈਠੇ ਹੋਏ ਸਨ। ਆਤਮਿਕ ਆਨੰਦ ਨਾਲ ਭਰਪੂਰ ਗੁਰੂ ਪਾਤਸ਼ਾਹ ਦੇ ਮੁਖਾਰਬਿੰਦ ਵਿੱਚੋਂ ਆਤਮਿਕ ਸ਼ਾਂਤੀ ਦੀ ਝੜੀ ਲਗਾਉਣ ਵਾਲੇ ਸ਼ਬਦ ਫੁੱਲਾਂ ਵਾਂਗ ਝੜਦੇ ਪ੍ਰਤੀਤ ਹੋ ਰਹੇ ਸਨ। ਦੂਜੇ ਪਾਸੇ ਕਵੀ ਦੇ ਸ਼ਬਦਾਂ ਵਿੱਚ ਆਤਮਿਕ ਗਿਆਨ ਨਾਲ ਭਰਪੂਰ ਪਿਆਲੇ ਸੰਗਤ ਵਿੱਚ ਵੰਡੇ ਜਾ ਰਹੇ ਸਨ। ਇਸ ਸਮੇਂ ਇੱਕ ਸਿੱਖ ਗੁਲਾਮ ਫਤਿਹ ਬੁਲਾ ਕੇ ਸਤਸੰਗ ਵਿੱਚ ਆਣ ਖੜਾ ਹੋਇਆ। ਇਹ ਸਿੰਘ ਸੂਰਮਾ ਕੋਠੇ ਉੱਪਰ ਪਹਿਰਾ ਦੇ ਰਿਹਾ ਸੀ। ਇਸ ਸਿੰਘ ਨੇ ਨਿਮਰਤਾ ਸਹਿਤ ਗੁਰੂ ਜੀ ਸਨਮੁਖ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਦੁਸ਼ਮਣ ਦੀ ਅਣਗਿਣਤ ਫੌਜ ਨੇ ਕਿਲੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ। ਹੁਣ ਆਪ ਜੀ ਦਾ ਦਾਸ ਪ੍ਰਤੀ ਕੀ ਹੁਕਮ ਹੈ। इरशाद हो तो सबको अकेला पगा के आऊं, अजमेर चंद आन में कैदी बना के आऊं, वाजिद खां का सर भी अब जाके मैं उड़ाऊं, एक सिंह एक लाख पे गालिब हुआ दिखाऊं। शबाश कह के सतगुरु फौरन खड़े हुए, ज़रूरत पे पहरेदार की वो खुश बड़े हुए। पैरे ਉੱਪਰ ਖੜੇ ਸਿੰਘ ਨੇ ਗੁਰੂ ਪਾਤਸ਼ਾਹ ਸਨਮੁਖ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਅਤੇ ਆਪਣੀ ਦਲੇਰੀ ਅਤੇ ਦ੍ਰਿੜਤਾ ਦਾ ਮੁਜ਼ਾਹਰਾ ਕਰਦਿਆਂ ਕਿਹਾ ਕਿ ਪਾਤਸ਼ਾਹ ਜੀਓ, ਜੇਕਰ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਇਕੱਲਾ ਹੀ ਸਾਰੇ ਦੁਸ਼ਮਣ ਦੇ ਦਲ ਨੂੰ ਭਜਾ ਸਕਦਾ ਹਾਂ। ਆਪ ਆਗਿਆ ਬਖਸ਼ੋ ਤਾਂ ਕਹਿਲੂਰ ਦੇ ਰਾਜੇ ਅਜਮੇਰ ਚੰਦ ਨੂੰ ਹੁਣ ਹੀ ਕੈਦੀ ਬਣਾ ਕੇ ਆਪ ਦੇ ਸਨਮੁਖ ਹਾਜ਼ਰ ਕਰਾਂ ਅਤੇ ਸੂਬੇ ਸਰਹੰਦ ਵਾਜ਼ੀਦ ਖਾਨ ਦਾ ਸਿਰ ਵੀ ਹੁਣੇ ਧੜ ਤੋਂ ਵੱਖਰਾ ਕਰਕੇ ਆਪ ਦੇ ਚਰਨਾਂ ਵਿੱਚ ਸੁੱਟ ਦੇਵਾਂ। ਗੁਰੂ ਪਾਤਸ਼ਾਹ ਸਿੰਘ ਸੂਰਮੇ ਦੀ ਹਿੰਮਤ ਅਤੇ ਦਲੇਰੀ ਤੋਂ ਬਹੁਤ ਪ੍ਰਸੰਨ ਹੋਏ ਅਤੇ ਦਲੇਰੀ ਦਾ ਥਾਪੜਾ ਦਿੰਦੇ ਹੋਏ ਖੜੇ ਹੋ ਗਏ ਅਤੇ ਸਿੰਘ ਸੂਰਮੇ ਦੀ ਦਲੇਰੀ ਤੋਂ ਅਤਿਅੰਤ ਪ੍ਰਸੰਨ ਹੋਏ। खेमे को अपने अपने रवां फिर जवां हुए, हथियार कस के उपजी शेर यहाँ हुए। जब किला में बुलंद गुरु के निशान हुए, सामने जंग देख के सब शादमां हुए। सिंगों की फौज हो चुकी आहन में गर्क थी, थे सर पे खोद थर में जिरहा ताब फर्क थी। ਗੁਰੂ ਪਾਤਸ਼ਾਹ ਦੇ ਉੱਠ ਕੇ ਖੜੇ ਹੋਣ ਦੀ ਦੇਰ ਸੀ ਕਿ ਸਾਰੇ ਸਿੰਘ ਸੂਰਮੇ ਉੱਠ ਕੇ ਖੜੇ ਹੋ ਗਏ ਅਤੇ ਆਪਣੇ ਆਪਣੇ ਥਾਵਾਂ ਵੱਲ ਤੁਰ ਪਏ ਜਿੱਥੇ ਉਹਨਾਂ ਦੇ ਸ਼ਸਤਰ ਪਏ ਹੋਏ ਸਨ। ਸਿੰਘਾਂ ਨੇ ਸ਼ਸਤਰ ਪਹਿਨਣੇ ਆਰੰਭ ਕੀਤੇ। ਰੋਹ ਭਰੇ ਸਿੰਘ ਸੂਰਮੇ ਹਥਿਆਰ ਕੱਸ ਕੇ ਲੋਹੇ ਨਾਲ ਜੜੇ ਹੋਏ ਪ੍ਰਤੀਤ ਹੋ ਰਹੇ ਸਨ। ਖਾਲਸਾਈ ਸ਼ਾਨ ਦੇ ਪ੍ਰਤੀਕ ਨਿਸ਼ਾਨ ਸਾਹਿਬ ਸਿੰਘਾਂ ਨੇ ਕਿਲੇ ਕੱਚੀ ਗੜੀ ਵਿੱਚ ਗੜ ਦਿੱਤੇ। ਸਿੰਘਾਂ ਦੇ ਚਿਹਰਿਆਂ ਉੱਪਰ ਅਗੰਮੀ ਨੂਰ ਝਲਕ ਰਿਹਾ ਸੀ। ਆਪ ਇਨਸਾਨ ਤਾਂ ਸਾਹਮਣੇ ਅਣਗਿਣਤ ਦੁਸ਼ਮਣਾਂ ਨੂੰ ਵੇਖ ਕੇ ਖੌਫਜ਼ਦਾ ਹੋ ਜਾਂਦਾ ਹੈ, ਪਰੰਤੂ ਗੁਰੂ ਪਾਤਸ਼ਾਹ ਦੇ ਪੁੱਤਰ ਸਿੰਘ ਸੂਰਮੇ ਸਾਹਮਣੇ ਦੁਸ਼ਮਣਾਂ ਦੀ ਆਮਦ ਨੂੰ ਵੇਖ ਕੇ ਪ੍ਰਸੰਨ ਚਿੱਤ ਹੋ ਰਹੇ ਸਨ। ਸਾਰਿਆਂ ਦੇ ਚਿਹਰਿਆਂ ਉੱਪਰ ਖੁਸ਼ੀ ਅਤੇ ਜ਼ਾਮ ਸ਼ਹਾਦਤ ਪੀਣ ਦਾ ਚਾਅ ਝਲਕ ਰਿਹਾ ਸੀ। ਸਿੰਘ ਸੂਰਮੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਸਨ। ਸੰਜੋਆਂ ਨਾਲ ਸਾਰੇ ਤਨ ਢਕੇ ਹੋਏ ਸਨ ਪ੍ਰਤੀਤ ਹੋ ਰਹੇ। ਸੀਸ ਉੱਪਰ ਸਜਾਈਆਂ ਦਸਤਾਰਾਂ ਉੱਪਰ ਪਹਿਨੇ ਲੋਹ ਚੱਕਰ ਇਸ ਤਰ੍ਹਾਂ ਚਮਕ ਰਹੇ ਸਨ ਜਿਵੇਂ ਸਿਰ ਉੱਪਰ ਲੋਹ ਟੋਪ ਪਾਇਆ ਹੋਇਆ ਹੋਵੇ। ਲੋਹੇ ਦੀਆਂ ਬਾਰੀਕ ਚਮਕਦਾਰ ਤਾਰਾਂ ਦੀ ਬਣੀ ਹੋਈ ਸੰਜੋਅ ਦੀ ਚਮਕ ਅੱਖ ਨੂੰ ਝੁੰਦਿਆ ਰਹੀ ਸੀ। खेमों से लैस होकर अकाली निकल पड़े, खंजर उठाया तेग संभाली निकल पड़े, लेकर तुफंग बाज दुनाली निकल पड़े, इतने में गल हुआ साह आली निकल पड़े। खुर्शैद देख सरबर फौज अकाल को, किबल अज दोपहर शर्म से पहुंचा जबाल को। अपने अपने शस्त्रां नाल संजोआ नाल लैस हो के गुरु पातशाह दे सिंह सूरमे तैयार हो गए
ਕਿਸੇ ਨੇ ਹੱਥ ਵਿੱਚ ਖੰਜਰ ਅਤੇ ਕਿਸੇ ਨੇ ਤੇਗ ਫੜੀ ਹੋਈ ਸੀ। ਕੋਈ ਬੰਦੂਕ ਨਾਲ ਲੈਸ ਸੀ ਅਤੇ ਕਈਆਂ ਨੇ ਦੁਨਾਲੀ ਬੰਦੂਕਾਂ ਸੰਭਾਲੀਆਂ ਹੋਈਆਂ ਸਨ। ਸਿੰਘ ਸੂਰਮੇ ਸ਼ਸਤਰਾਂ ਨਾਲ ਲੈਸ ਹੋ ਕੇ ਮੈਦਾਨੇ ਜੰਗ ਵਿੱਚ ਝੂਝਣ ਵਾਸਤੇ ਤਿਆਰ ਹੀ ਖੜੇ ਸਨ ਕਿ ਇੰਜ ਝਲਕਾਰਾ ਪਿਆ ਕਿ ਜਿਵੇਂ ਉੱਚੇ ਮਰਤਬੇ ਵਾਲੇ ਸ਼ਹਿਨशाह ਨਿਕਲ ਆਏ ਹੋਣ। ਅਰਥਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਤਿਆਰ ਹੋ ਸ਼ਸਤਰ ਧਾਰੀ ਹੋ ਕੇ ਸਿੰਘ ਦਰਮਿਆਨ ਆ ਖੜੇ ਹੋਏ। ਗੁਰੂ ਪਾਤਸ਼ਾਹ ਸ਼ਸਤਰ ਨਾਲ ਲੈਸ ਹੋ ਕੇ ਬੜੇ ਹੀ ਸੁੰਦਰ ਲੱਗ ਰਹੇ ਸਨ। ਸ਼ਸਤਰਾਂ ਦੀ ਤਾਪ ਤਾਂ ਸੂਰਜ ਪਾਸੋਂ ਵੀ ਨਹੀਂ ਝੱਲੀ ਜਾ ਰਹੀ ਸੀ। ਸੂਰਜ ਵੀ ਪਾਤਸ਼ਾਹ ਦੇ ਜ਼ਾਹੋ ਜ਼ਲਾਲ ਨੂੰ ਵੇਖ ਕੇ ਚਮਕ ਦਮਕ ਵੇਖ ਕੇ ਸ਼ਰਮਸ਼ਾਰ ਹੁੰਦਾ ਜਾ ਰਿਹਾ ਸੀ। ਕਵੀ ਦੇ ਸ਼ਬਦਾਂ ਵਿੱਚ ਸੂਰਜ ਤਾਂ ਸ਼ਾਮ ਤੋਂ ਪਹਿਲਾਂ ਹੀ ਘਟਦਾ ਜਾ ਰਿਹਾ ਤੇ ਪੱਛਮ ਵੱਲ ਛੁਪਦਾ ਜਾ ਰਿਹਾ ਸੀ। जिस जा किया हजूर ने जाकर क्याम था, चमकौर की गड़ी में या एक ऊंचा थाम था। इस जा से 4 कुंट का नज़ारा आम था, दिखता यहाँ से लश्कर अदा तमाम था। असवार ही असवार थे फैले हुए रन में, प्यादे थे या थे आदमी घास उग पड़ी वन में। चमकौर ਦੇ ਨਗਰ ਵਿੱਚ ਇਸ ਗੜੀ ਜਿਸ ਵਿੱਚ ਗੁਰੂ ਪਾਤਸ਼ਾਹ ਠਹਿਰੇ ਹੋਏ ਸਨ ਡੇਰਾ ਕੀਤਾ ਹੋਇਆ ਸੀ। ਇਹ ਇਸ ਨਗਰ ਦਾ ਸਭ ਤੋਂ ਉੱਚਾ ਸਥਾਨ ਸੀ। ਇਸ ਗੜੀ ਉੱਪਰ ਇੱਕ ਉੱਚਾ ਕੋਠਾ ਬਣਿਆ ਹੋਇਆ ਸੀ ਜਿਸ ਉੱਪਰ ਖੜੇ ਹੋ ਕੇ ਚਾਰੋਂ ਪਾਸੋਂ ਦਾ ਨਜ਼ਾਰਾ ਆਰਾਮ ਨਾਲ ਵੇਖਿਆ ਜਾ ਸਕਦਾ ਹੈ। ਇਸ ਸਥਾਨ ਤੋਂ ਖੜੇ ਹੋ ਕੇ ਦੇਖਿਆ ਦੁਸ਼ਮਣ ਦੀ ਬੇਸ਼ੁਮਾਰ ਫੌਜ ਨਜ਼ਰ ਆ ਰਹੀ ਸੀ। ਚਮਕੌਰ ਦੀ ਗੜੀ ਦੇ ਦੁਆਲੇ ਫੈਲੇ ਹੋਏ ਸਥਾਨ ਵਿੱਚ ਚਾਰੇ ਪਾਸੇ ਦੁਸ਼ਮਣ ਦੀ ਫੌਜ ਦੇ ਘੋੜਸਵਾਰ ਜਵਾਨ ਖਿਲਰੇ ਹੋਏ ਸਨ। ਪੈਦਲ ਫੌਜ ਦੀ ਗਿਣਤੀ ਵੀ ਬੇਸ਼ੁਮਾਰ ਸੀ। ਇਸ ਤਰ੍ਹਾਂ ਦੀ ਵਧੇਰੇ ਗਿਣਤੀ ਵਿੱਚ ਦੁਸ਼ਮਣ ਦਾ ਲਸ਼ਕਰ ਇੰਜ ਲੱਗ ਰਿਹਾ ਸੀ ਜਿਵੇਂ ਜੰਗਲ ਵਿੱਚ ਸੰਘਣਾ ਘਾਹ ਉੱਗਿਆ ਹੋਵੇ। सतगुरु ने मौका से सबको बिठा दिया, हर बुर्ज पे फसील पे पहरा लगा दिया। ये मोर्चा उसे वो दमदमा दिया। सिंगों का एक हिसार किले में बना दिया, दीवार दर पे पुश्तों पे जब इस कट गए, डर कर मुहासरीन सभी पीछे हट गए। युद्ध नीति ਅਤੇ ਸ਼ਸਤਰ ਵਿਦਿਆ ਦੇ ਮਾਹਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬੜੀ ਹੀ ਸੁੰਦਰ ਕਾਰਜ ਵਿਉਂਤ ਨਾਲ ਸਿੰਘਾਂ ਨੂੰ ਜਗ੍ਹਾ ਜਗ੍ਹਾ ਉੱਪਰ ਗੜੀ ਦੇ ਅੰਦਰ ਤੈਨਾਤ ਕਰ ਦਿੱਤਾ। ਗੜੀ ਦੇ ਹਰ ਬੁਰਜ ਅਤੇ ਹਰ ਕੰਧ ਦੇ ਨਾਲ ਸਿੰਘਾਂ ਦਾ ਬੜੇ ਵਧੀਆ ਤਰੀਕੇ ਨਾਲ ਪਹਿਰਾ ਲਗਾ ਦਿੱਤਾ ਤਾਂ ਜੋ ਗੜੀ ਉੱਪਰ ਹੋਏ ਹਮਲੇ ਸਮੇਂ ਚੰਗੇ ਤਰੀਕੇ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਜਾ ਸਕੇ। ਸਿੰਘਾਂ ਨੂੰ ਪਾਤਸ਼ਾਹ ਨੇ ਗੜੀ ਦੇ ਵੱਖ-ਵੱਖ ਹਿੱਸਿਆਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਕਿਸੇ ਨੂੰ ਮੋਰਚਾਬੰਦੀ ਕਰਨ ਲਈ ਕਿਹਾ ਤੇ ਕਿਸੇ ਨੂੰ ਹੋਰ ਮੋਰਚਾ ਬਖਸ਼ ਦਿੱਤੀ ਅਤੇ ਯੁੱਧ ਨੀਤੀ ਦੇ ਗੁਰੂ ਸਮਝਾਏ ਅਤੇ ਵਿਉਂਤਬੰਦੀ ਤੋਂ ਜਾਣੂ ਕਰਵਾਇਆ। ਗੁਰੂ ਪਾਤਸ਼ਾਹ ਨੇ ਸਿੰਘਾਂ ਨੂੰ ਕਿਲੇ ਅੰਦਰ ਇੰਨੇ ਵਧੀਆ ਤਰੀਕੇ ਨਾਲ ਤਾਇਨਾਤ ਕੀਤਾ ਕਿ ਅਤੇ ਮੋਰਚਾਬੰਦੀ ਕੀਤੀ ਜਿਵੇਂ ਕਿਲੇ ਅੰਦਰ ਚੱਕਰਵਿਊਹ ਦੀ ਰਚਨਾ ਕਰ ਦਿੱਤੀ ਹੋਵੇ। ਕਿਲੇ ਦੀ ਹਰ ਦੀਵਾਰ, ਹਰ ਦਰਵਾਜ਼ੇ ਅਤੇ ਚਮਕੌਰ ਦੀ ਕੱਚੀ ਗੜੀ ਦੇ ਪਿਛਵਾੜੇ ਵੱਲ ਕਲਗੀਧਰ ਦੇ ਸ਼ਸਤਰਧਾਰੀ ਯੋਧੇ ਡਟ ਗਏ। ਜਦੋਂ ਸਿੰਘਾਂ ਦੀ ਯੁੱਧ ਨੀਤੀ ਦਾ ਅਜੀਬੋ-ਗਰੀਬ ਨਜ਼ਾਰਾ ਦੁਸ਼ਮਣ ਦੀ ਫੌਜ ਨੇ ਦੇਖਿਆ ਤਾਂ ਦਹਿਲ ਗਏ ਅਤੇ ਡਰ ਕੇ ਹੀ ਗੜੀ ਤੋਂ ਕਾਫੀ ਪਿਛਾਂ ਹਟ ਗਏ। फरमाए कलगीधर कि अब एक एक ज़बां चले, पा पा के हुक्म पेड़ों में शेरियाँ चले। बचकर अदू के दाव से यूं पहलवां रले, दांतों में जैसे घिर के दहन में जुबां चले। कुश्ते ही रन में जंग का पल्ला चुका दिया, जिस सम्मत तेग तोल के पहुँचे पगा दिया। ਸਿੰਘਾਂ ਨੂੰ ਗੜੀ ਦੇ ਅੰਦਰ ਦੀ ਰੱਖਿਆ ਵਾਸਤੇ ਸਿੰਘਾਂ ਨੂੰ ਤੈਨਾਤ ਕਰਨ ਉਪਰੰਤ ਬਾਕੀ ਸਿੰਘਾਂ ਨੂੰ ਗੁਰੂ ਪਾਤਸ਼ਾਹ ਨੇ ਇਕੱਤਰ ਕੀਤਾ ਅਤੇ ਜੰਗ ਦਾ ਆਦੇਸ਼ ਦਿੰਦੇ ਹੋਏ ਫਰਮਾਇਆ ਕਿ ਹੁਣ ਇਕੱਲਾ ਇਕੱਲਾ ਸਿੰਘ ਗੜੀ ਤੋਂ ਬਾਹਰ ਜਾਵੇਗਾ ਤੇ ਦੁਸ਼ਮਣ ਦੇ ਨਾਲ ਮੈਦਾਨੇ ਜੰਗ ਵਿੱਚ 2 ਹੱਥ ਕਰੇਗਾ। ਗੁਰੂ ਪਾਤਸ਼ਾਹ ਦੇ ਹੁਕਮ ਪਾ ਕੇ ਸਿੰਘ ਇਕੱਲੇ ਇਕੱਲੇ ਨਿਕਲਦੇ ਅਤੇ ਵੈਰੀ ਦਲ ਵਿੱਚ ਦਾਖਲ ਹੋ ਕੇ ਇਸ ਤਰ੍ਹਾਂ ਕੋਹਰਾਮ ਮਚਾ ਦਿੰਦੇ ਜਿਵੇਂ ਭੇਡਾਂ ਦੇ ਇੱਜੜ ਵਿੱਚ ਸ਼ੇਰ ਹਮਲਾਵਰ ਹੋ ਕੇ ਆ ਗਿਆ ਹੋਵੇ। ਦੁਸ਼ਮਣ ਦੀ ਫੌਜ ਦੀ ਗਿਣਤੀ ਬੇਸ਼ੁਮਾਰ ਸੀ ਕਿਉਂਕਿ ਇਹ ਦੁਨੀਆ ਦੀ ਸਭ ਤੋਂ ਅਸਾਮੀ ਜੰਗ ਸੀ ਜੋ ਚਮਕੌਰ ਦੇ ਸਥਾਨ ਉੱਪਰ ਲੜੀ ਜਾਣੀ ਸੀ। ਕਲਗੀਧਰ ਪਾਤਸ਼ਾਹ ਦੇ ਹੁਕਮ ਸਦਕਾ ਸਿੰਘ ਸੂਰਮੇ ਵੈਰੀ ਦਲਾਂ ਵਿੱਚ ਬੜਾ ਸੰਭਲ ਕੇ ਜੰਗ ਕਰ ਰਹੇ ਸਨ। ਆਪ ਵੈਰੀ ਦਲ ਦੇ ਵਾਰ ਤੋਂ ਬਚਾਅ ਕਰਦੇ ਹੋਏ ਬੜੀ ਸਿਆਣਪ ਨਾਲ ਵੈਰੀ ਦਲ ਦਾ ਨੁਕਸਾਨ ਕਰ ਰਹੇ ਸਨ। ਕਵੀ ਬੜਾ ਸੁੰਦਰ ਬਿਆਨ ਕਰਦਾ ਹੈ ਕਿ ਸਿੰਘ ਵੈਰੀ ਦਲ ਇਸ ਤਰ੍ਹਾਂ ਬਚ ਕੇ ਜੰਗ ਕਰ ਰਹੇ ਸਨ ਜਿਵੇਂ ਦੰਦਾਂ ਵਿੱਚ ਜ਼ੁਬਾਨ ਘੁੰਮਦੀ ਹੈ। ਜਦੋਂ ਵੀ ਸਿੰਘ ਸੂਰਮੇ ਵੈਰੀ ਦਲ ਵਿੱਚ ਜਾ ਵੜਦੇ ਜਾਂਦਿਆਂ ਹੀ ਦੁਸ਼ਮਣ ਦੇ ਦੰਦ ਖੱਟੇ ਕਰਕੇ ਜੰਗ ਦਾ ਪਾਸਾ ਬਦਲ ਦਿੰਦੇ। ਜਿਸ ਪਾਸੇ ਵੀ ਤੇਗ ਸੂਤ ਕੇ ਨਿਕਲਦੇ ਲਾਸ਼ਾਂ ਦੇ ਢੇਰ ਲਗਾ ਕੇ ਪਾਸਾ ਵਿਹਲਾ ਕਰ ਦਿੰਦੇ। एक एक लाख से मैदान में लड़ा, जिस जा पे सिंह अड़ गए चंडा वहाँ गड़ा। हश्मे फुल्क ने था जो ना देखा वो रन पड़ा, कोड़े पे झूमता एक अकाली जवां वड़ा। गुल मच गया ये 5 प्यारों में एक है, वे बेमिसाल है सुजा हजारों में एक है। गुरु पातशाह ਦਾ ਹੁਕਮ ਪਾ ਕੇ ਸਿੰਘ ਸੂਰਮੇ ਮੈਦਾਨੇ ਜੰਗ ਵਿੱਚ ਝੂਝ ਰਹੇ ਸਨ। ਇਕੱਲਾ ਇਕੱਲਾ ਸਿੰਘ ਸੂਰਮਾ ਅਨੇਕਾਂ ਹੀ ਵੈਰੀਆਂ ਦਾ ਖਾਤਮਾ ਕਰਕੇ ਜਾਮੇ ਸ਼ਹਾਦਤ ਪੀ ਰਿਹਾ ਸੀ। ਇਸ ਜਗ੍ਹਾ ਤੇ ਵੀ ਸਿੰਘ ਸੂਰਮੇ ਡਟ ਜਾਂਦੇ, ਉੱਥੇ ਹੀ ਆਪਣੀ ਫਤਿਹ ਦਾ ਝੰਡਾ ਗੱਡ ਦਿੰਦੇ ਅਤੇ ਵੈਰੀ ਦਲ ਦੀਆਂ ਲਾਸ਼ਾਂ ਦੇ ਢੇਰ ਲਗਾ ਦਿੰਦੇ।
ਸਿੰਘਾਂ ਦੀ ਗਿਣਤੀ ਬਹੁਤ ਘੱਟ ਤੇ ਵੈਰੀ ਦਲ ਬੇਸ਼ੁਮਾਰ ਸੀ। ਭਿਆਨਕ ਯੁੱਧ ਹੋ ਰਿਹਾ ਸੀ। ਲੋਹੇ ਦੀਆਂ ਟਨਕਾਰਾਂ ਨਾਲ ਮਾਹੌਲ ਅਤੀ ਭਿਆਨਕ ਸੀ। ਐਸਾ ਭਿਆਨਕ ਯੁੱਧ ਆਕਾਸ਼ ਦੀ ਅੱਖ ਨੇ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਵੇਖਿਆ। ਇੰਨੇ ਨੂੰ ਇੱਕ ਘੋੜਸਵਾਰ ਸਿੰਘ ਸੂਰਮਾ ਮੈਦਾਨੇ ਜੰਗ ਵਿੱਚ ਦਾਖਲ ਹੋਇਆ। ਘੋੜਸਵਾਰ ਇਸ ਸਿੰਘ ਸੂਰਮੇ ਦੀ ਫੱਬਤ ਬੜੀ ਵੱਖਰੀ ਸੀ। ਇਸ ਦੇ ਮੈਦਾਨ ਵਿੱਚ ਦਾਖਲ ਹੁੰਦਿਆਂ ਹੀ ਵੈਰੀ ਦਲ ਵਿੱਚ ਸ਼ੋਰ ਮਚ ਗਿਆ ਕਿ ਇਹ ਸਿੰਘ ਸੂਰਮਾ 5 ਪਿਆਰਿਆਂ ਵਿੱਚੋਂ ਇੱਕ ਹੈ। ਇਹ ਬਹਾਦਰੀ ਵਿੱਚ ਬੇਮਿਸਾਲ ਹੈ ਤੇ ਹਜ਼ਾਰਾਂ ਵਿੱਚ ਹੋਈ ਕੋਈ ਇਸ ਵਰਗਾ ਸਿੰਘ ਸੂਰਮਾ ਨਹੀਂ ਹੈ। चिल्लाए बाजल लो वह दिया सिंह जी बड़े, खांडा पकड़ के हाथ में जीबत बलि चढ़े। सतगुरु के बाग के हैं ये सरुए सही बड़े, लाशों के पाटने को सफ़र जन्नती बड़े। इंसा दलेर कोई नहीं है सिपाह में, नज़र कर चुके हैं यह मौला की राह में। घोड़सवार सिंह सूरमे दे मैदान अंदर दाखिल ਹੁੰਦਿਆਂ ਹੀ ਵੈਰੀ ਦਲ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਡਰ ਨਾਲ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਤੇ ਕਈ ਤਾਂ ਇੱਕਦਮ ਤਰਵਕ ਕੇ ਬੋਲ ਉੱਠੇ ਕਿ ਇਹ ਤਾਂ ਦਇਆ ਸਿੰਘ ਜੀ ਹੈ। ਵੈਰੀ ਦਲਾਂ ਦੇ ਯੋਧਿਆਂ ਨੂੰ ਪਤਾ ਸੀ ਕਿ ਭਾਈ ਦਇਆ ਸਿੰਘ ਜੀ 5 ਪਿਆਰਿਆਂ ਵਿੱਚੋਂ ਇੱਕ ਹਨ ਅਤੇ ਇਹ ਗੁਰੂ ਪਾਤਸ਼ਾਹ ਦੇ ਪਾਵਨ ਕਰ ਕਮਲਾਂ ਸਦਕਾ ਅੰਮ੍ਰਿਤ ਦੀ ਦਾਤ ਹਾਸਲ ਕਰਕੇ ਆਤਮਿਕ ਜੀਵਨ ਪ੍ਰਾਪਤ ਕਰ ਚੁੱਕੇ ਹਨ। ਇਹ ਗੁਰੂ ਪਾਤਸ਼ਾਹ ਦੇ ਬਾਗ ਦੇ ਉੱਚੇ ਸੁਰ ਸੇ ਰੁੱਖ ਹਨ, ਅਰਥਾਤ ਬਹਾਦਰ ਸੂਰਮਿਆਂ ਨੇ ਲਾਸ਼ਾਂ ਦੇ ਢੇਰ ਲਗਾ ਕੇ ਜਾਮੋ ਸ਼ਹਾਦਤ ਪੀਣ ਵਾਸਤੇ ਮੈਦਾਨੇ ਜੰਗ ਵਿੱਚ ਦਾਖਲ ਹੋਏ ਹਨ। ਇਨ੍ਹਾਂ ਵਰਗਾ ਕੋਈ ਵੀ ਦਲੇਰ ਸੂਰਮਾ ਫੌਜ ਵਿੱਚ ਨਹੀਂ ਹੈ, ਕਿਉਂਕਿ ਇਹ ਆਪਣਾ ਤਨ ਮਨ ਧਨ ਸਭ ਪਾਤਸ਼ਾਹ ਨੂੰ ਭੇਟਾ ਕਰ ਚੁੱਕੇ ਹਨ। मोहकम की शक्ल देख के लहू न चढ़ गया, तब्बा अदू के जामा ई जुरत पे पड़ गया। पटका मरोड़ कर उसे हत्थे जो चढ़ गया, दहशत से हर ज़मां का हुलिया बदल गया। साहिब को देख मसक्खतो खाल हो गए, डर के सफ़ैद ज़ालिमों के बाल हो गए। भाई मोहकम सिंह जी प्यारा जो तेग फड़ के मैदाने जंग विच नितरे तां सिंह सूरमे तों तक के दुश्मन फौजां दे लहू ਨੂੰ ਚੜ ਗਏ। ਦੁਸ਼ਮਣ ਦੀ ਫੌਜ ਜੋ ਬੜੀ ਜ਼ੁਰਤ ਅਤੇ ਦਲੇਰੀ ਦਾ ਵਿਖਾਵਾ ਕਰ ਰਹੀ ਸੀ, ਜਦੋਂ ਭਾਈ ਮੋਹਕਮ ਸਿੰਘ ਨੂੰ ਤੱਕਿਆ ਤਾਂ ਸਾਰੀ ਜ਼ੁਰਤ ਅਤੇ ਦਲੇਰੀ ਜਾਂਦੀ ਰਹੀ। ਇੰਜ ਲੱਗਦਾ ਸੀ ਜਿਵੇਂ ਸਿੰਘ ਸੂਰਮੇ ਨੂੰ ਤੱਕਦਿਆਂ ਹੀ ਵੈਰੀਆਂ ਦੀ ਬਹਾਦਰੀ ਤੇ ਕਾਇਰਤਾ ਦਾ ਧੱਬਾ ਲੱਗ ਗਿਆ ਹੋਵੇ। ਭਾਈ ਮੋਹਕਮ ਸਿੰਘ ਨੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਆਹੂ ਲਾ ਕੇ ਰੱਖ ਦਿੱਤੇ। ਜਿਹੜਾ ਵੀ ਸਾਹਮਣੇ ਆਇਆ ਸਿੰਘ ਸੂਰਮੇ ਨੇ ਸਦਾ ਦੀ ਨੀਂਦ ਸੁਆ ਦਿੱਤਾ। ਮੈਦਾਨੇ ਜੰਗ ਵਿੱਚ ਮੋਹਕਮ ਸਿੰਘ ਇੰਨੀ ਬਹਾਦਰੀ ਨਾਲ ਲੜੇ ਕਿ ਹਰ ਪਾਸੇ ਦਹਿਸ਼ਤ ਮਚ ਗਈ। ਵੈਰੀਆਂ ਦੇ ਹੁਲੀਏ ਦਹਿਸ਼ਤ ਨਾਲ ਬਦਲ ਗਏ। ਜਦੋਂ ਭਾਈ ਸਾਹਿਬ ਸਿੰਘ ਜੀ ਪਿਆਰਾ ਮੈਦਾਨੇ ਜੰਗ ਵਿੱਚ ਆ ਗੱਜੇ ਤਾਂ ਦੁਸ਼ਮਣਾਂ ਦੇ ਚਿਹਰੇ ਪੀਲੇ ਹੋ ਗਏ। ਸਿੰਘ ਸੂਰਮੇ ਨੂੰ ਲੜਦਾ ਵੇਖ ਕੇ ਹੁਲੀਏ ਬਦਲ ਗਏ। ਡਰ ਨਾਲ ਇਸ ਤਰ੍ਹਾਂ ਦੀਆਂ ਸ਼ਕਲਾਂ ਬਣ ਗਈਆਂ ਸਨ ਜਿਵੇਂ ਬੁੱਢੇ ਹੋ ਗਏ ਹੋਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੰਘ ਸੂਰਮੇ।